ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲ ਮਿਲਦੇ ਰਹਿਣ। ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ। ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 12ਵੀਂ ਪਾਰਟ 2 ਸੀ ਵਿੱਚ ਕੰਟਰੋਲ ਸਟੇਟਮੈਂਟਸ ਦਾ ਪ੍ਰੈਕਟੀਕਲ ਸੈਸ਼ਨ ਕਰਾਂਗੇ। ਇਸ ਵਿੱਚ ਸਿੱਖਾਂਗੇ ਕਿ ਡਿਸੀਜਨ ਮੇਕਿੰਗ ਸਟੇਟਮੈਂਟਸ ਕੀ ਹੁੰਦੀਆਂ ਹਨ, ਜਿੱਦਾਂ ਕਿ ਸਿੰਪਲ ਇਫ ਐਲਸ, ਨੈਸਟਡ ਇਫ ਐਲਸ ਇਫ ਲੈਡਰ ਐਂਡ ਸਵਿਚ ਸਟੇਟਮੈਂਟ। ਅਸੀਂ ਇਹਦੇ ਵਿੱਚ ਇਹਨਾਂ ਸਟੇਟਮੈਂਟਸ ਬਾਰੇ ਪੜਾਂਗੇ ਤੇ ਇਹਦੇ ਨਾਲ ਇਹਨਾਂ ਦਾ ਸਿੰਟੈਕਸ ਵੀ ਦੇਖਾਂਗੇ ਤੇ ਇਹਨਾਂ ਦੀ ਵਰਕਿੰਗ ਵਿਦ ਪ੍ਰੋਗਰਾਮ ਕਰਾਂਗੇ। ਤਾਂ ਆਓ ਦੇਖਦੇ ਹਾਂ। ਤੇ ਕੰਟਰੋਲ ਸਟੇਟਮੈਂਟਸ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸੀਕੁਐਂਸ ਸਟੇਟਮੈਂਟਸ ਬਾਰੇ ਦੱਸਣਾ ਚਾਹਾਂਗਾ ਕਿ ਸੀਕੁਐਂਸ ਸਟੇਟਮੈਂਟਸ ਕੀ ਹੁੰਦੀਆਂ ਹਨ। ਉਸ ਤੋਂ ਬਾਅਦ ਅਸੀਂ ਕੰਟਰੋਲ ਸਟੇਟਮੈਂਟਸ ਬਾਰੇ ਪੜਾਂਗੇ। ਸਾਡਾ ਜਿਹੜਾ ਸੀ ਭਾਸ਼ਾ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਸਾਰੀ ਹਦਾਇਤਾਂ ਇੱਕ ਕ੍ਰਮ ਦੇ ਵਿੱਚ ਚੱਲਦੀਆਂ ਹਨ। ਜਿਸ ਤਰ੍ਹਾਂ ਅਸੀਂ ਸਾਹਮਣੇ ਦੇਖ ਰਹੇ ਹਾਂ ਕਿ ਸੀ ਭਾਸ਼ਾ ਦੇ ਵਿੱਚ ਜਿਹੜਾ ਸਾਡਾ ਸੀ ਪ੍ਰੋਗਰਾਮ ਹੈ ਹਮੇਸ਼ਾ ਵੋਇਡ ਮੇਨ ਫੰਕਸ਼ਨ ਨਾਲ ਸ਼ੁਰੂ ਹੁੰਦਾ ਹੈ ਅਤੇ ਉਸ ਵਿੱਚ ਉਹ ਸਟਾਰਟਿੰਗ ਕਰਲੀ ਬ੍ਰੇਸਿਸ ਤੋਂ ਸ਼ੁਰੂ ਹੁੰਦਾ ਹੈ ਅਤੇ ਕਲੋਜ਼ਿੰਗ ਕਰਲੀ ਬ੍ਰੇਸਿਸ ਤੇ ਜਾ ਕੇ ਖਤਮ ਹੋ ਜਾਂਦਾ ਹੈ। ਇਸ ਉਦਾਹਰਨ ਵਿੱਚ ਸਭ ਤੋਂ ਪਹਿਲਾਂ ਇੰਸਟਰਕਸ਼ਨ 1 ਚਲੇਗੀ, ਉਸ ਤੋਂ ਬਾਅਦ ਇੰਸਟਰਕਸ਼ਨ 2 ਚਲੇਗੀ ਤੇ ਲਾਸਟ ਵਿੱਚ ਇੰਸਟਰਕਸ਼ਨ n ਚਲੇਗੀ। ਇਸ ਨੂੰ ਸੀਕੁਐਂਸ ਸਟੇਟਮੈਂਟ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਸਾਰੀ ਦੀ ਸਾਰੀਆਂ ਹਦਾਇਤਾਂ ਇੱਕ ਕ੍ਰਮ ਵਿੱਚ ਚੱਲਦੀਆਂ ਹਨ। ਅਸੀਂ ਇਸੇ ਉਦਾਹਰਨ ਨੂੰ ਇੱਕ ਪ੍ਰੋਗਰਾਮ ਨਾਲ ਸਮਝਦੇ ਹਾਂ। ਇੱਥੇ ਮੈਂ ਸਮ ਆਫ ਟੂ ਨੰਬਰਸ ਦਾ ਇੱਕ ਪ੍ਰੋਗਰਾਮ ਬਣਾਇਆ ਹੈ। stereo.h ਤੇ conio.h ਇਹ ਦੋ ਹੈਡਰ ਫਾਈਲਸ ਹਰ ਸੀ ਪ੍ਰੋਗਰਾਮ ਦੇ ਵਿੱਚ ਲਗਾਉਣੀਆਂ ਜ਼ਰੂਰੀ ਹੁੰਦੀਆਂ ਹਨ। ਤੇ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਸੀ ਭਾਸ਼ਾ ਦਾ ਪ੍ਰੋਗਰਾਮ ਹਮੇਸ਼ਾ ਵੋਇਡ ਮੇਨ ਫੰਕਸ਼ਨ ਤੋਂ ਸ਼ੁਰੂ ਹੁੰਦਾ ਹੈ ਤੇ ਵੋਇਡ ਮੇਨ ਫੰਕਸ਼ਨ ਦੀ ਸਟਾਰਟਿੰਗ ਕਰਲੀ ਬ੍ਰੇਸ ਤੋਂ ਸ਼ੁਰੂ ਹੋਏਗਾ ਤੇ ਕਰਲੀ ਬ੍ਰੇਸ ਤੋਂ ਬਾਅਦ ਸਭ ਤੋਂ ਪਹਿਲੇ ਅਸੀਂ 3 ਵੇਰੀਏਬਲ ਡਿਕਲੇਅਰ ਕੀਤੇ ਨੇ A, B ਤੇ C। ਇਹ ਤਿੰਨੋਂ ਵੇਰੀਏਬਲ ਇੰਟੀਜ਼ਰ ਟਾਈਪ ਦੇ ਹਨ। ਇਸ ਤੋਂ ਬਾਅਦ ਮੈਂ ਕਲੇਸਕਿਨ ਫੰਕਸ਼ਨ ਦੀ ਵਰਤੋਂ ਕੀਤੀ ਹੈ। ਉਸ ਤੋਂ ਬਾਅਦ A ਵੇਰੀਏਬਲ ਨੂੰ ਮੈਂ 10 ਵੈਲਿਊ ਦਿੱਤੀ ਹੈ ਤੇ B ਵੇਰੀਏਬਲ ਨੂੰ 20 ਵੈਲਿਊ ਦਿੱਤੀ ਹੈ। ਜਦੋਂ ਅਸੀਂ ਦੋਨੋਂ ਨੂੰ ਟੋਟਲ ਕਰਾਂਗੇ ਜਾਂ ਦੋਨਾਂ ਦਾ ਸਮ ਕਰਾਂਗੇ ਤਾਂ ਦੋਨੋਂ ਦਾ ਸਮ ਜਿਹੜਾ ਹੈਗਾ ਉਹ C ਵੇਰੀਏਬਲ ਵਿੱਚ ਆ ਕੇ ਸਟੋਰ ਹੋ ਜਾਏਗਾ। ਜਦੋਂ ਅਸੀਂ printf ਫੰਕਸ਼ਨ ਦੀ ਮਦਦ ਨਾਲ C ਵੇਰੀਏਬਲ ਨੂੰ ਪ੍ਰਿੰਟ ਕਰਾਂਗੇ ਤਾਂ ਦੋਨਾਂ ਦਾ ਟੋਟਲ ਜਿਹੜਾ ਉਹ ਸਕਰੀਨ ਤੇ ਨਜ਼ਰ ਆ ਜਾਵੇਗਾ। ਜਦੋਂ ਮੈਂ ਪ੍ਰੋਗਰਾਮ ਨੂੰ Alt F9 ਨਾਲ ਕੰਪਾਈਲ ਕਰਦਾ ਹਾਂ ਅਤੇ Control F9 ਨਾਲ ਰਨ ਕਰਦਾ ਹਾਂ ਤਾਂ C ਦੀ ਜਿਹੜੀ ਕੀਮਤ ਵੈਲਿਊ 30 ਹੈਗੀ ਹੈ ਉਹ ਸਾਡੀ ਆਉਟਪੁੱਟ ਸਕਰੀਨ ਤੇ ਪ੍ਰਿੰਟ ਹੋ ਜਾਵੇਗੀ। ਹੁਣ ਅਸੀਂ ਕੰਟਰੋਲ ਸਟੇਟਮੈਂਟਸ ਬਾਰੇ ਪੜਾਂਗੇ। ਸੀ ਭਾਸ਼ਾ ਵਿੱਚ ਪ੍ਰੋਗਰਾਮ ਦੇ ਫਲੋ ਨੂੰ ਕੰਟਰੋਲ ਕਰਨ ਲਈ ਕੰਟਰੋਲ ਸਟੇਟਮੈਂਟਸ ਦੀ ਵਰਤੋਂ ਹੁੰਦੀ ਹੈ। ਮਤਲਬ ਕਿ ਸੀਕੁਐਂਸ ਸਟੇਟਮੈਂਟਸ ਵਿੱਚ ਕੀ ਹੁੰਦਾ ਹੈ ਕਿ ਸੀ ਭਾਸ਼ਾ ਦਾ ਪ੍ਰੋਗਰਾਮ ਮੇਨ ਦੀ ਸਟਾਰਟਿੰਗ ਬ੍ਰੇਸ ਤੋਂ ਸ਼ੁਰੂ ਹੁੰਦਾ ਹੈ ਤੇ ਕਲੋਜ਼ਿੰਗ ਬ੍ਰੇਸ ਦੇ ਵਿੱਚ ਜਿੰਨੀਆਂ ਵੀ ਸਟੇਟਮੈਂਟਸ ਆਉਂਦੀਆਂ ਉਹ ਸਾਰੀਆਂ ਐਗਜ਼ੀਕਿਊਟ ਹੁੰਦੀਆਂ ਨੇ, ਸਾਰੀਆਂ ਰਨ ਹੁੰਦੀਆਂ ਨੇ। ਜੇਕਰ ਅਸੀਂ ਸੀ ਭਾਸ਼ਾ ਵਿੱਚ ਪ੍ਰੋਗਰਾਮ ਦਾ ਫਲੋ ਕੰਟਰੋਲ ਕਰਨਾ ਹੋਵੇ ਜਾਂ ਸਟੇਟਮੈਂਟਸ ਦਾ ਆਰਡਰ ਚੇਂਜ ਕਰਨਾ ਹੋਵੇ ਤੇ ਉਹਦੇ ਲਈ ਅਸੀਂ ਕੰਟਰੋਲ ਸਟੇਟਮੈਂਟਸ ਦੀ ਵਰਤੋਂ ਕਰਦੇ ਹਾਂ। ਤੇ ਕੰਟਰੋਲ ਸਟੇਟਮੈਂਟਸ 3 ਕਿਸਮ ਦੀਆਂ ਹੁੰਦੀਆਂ ਹਨ। ਨੰਬਰ 1 ਡਿਸੀਜਨ ਮੇਕਿੰਗ ਸਟੇਟਮੈਂਟਸ। ਜਿਹੜੀਆਂ ਡਿਸੀਜਨ ਮੇਕਿੰਗ ਸਟੇਟਮੈਂਟਸ ਹੈ ਇਹਦੇ ਵਿੱਚ 2 ਸਟੇਟਮੈਂਟਸ ਆਉਂਦੀਆਂ ਨੇ ਇਫ ਅਤੇ ਸਵਿਚ। ਤੇ ਇਹਦੇ ਬਾਰੇ ਅਸੀਂ ਇਸ ਸੈਸ਼ਨ 'ਚ ਅਸੀਂ ਡਿਟੇਲ ਵਿੱਚ ਪੜਾਂਗੇ। ਨੰਬਰ 2 ਹੈ ਲੂਪਿੰਗ ਸਟੇਟਮੈਂਟਸ। ਲੂਪਿੰਗ ਸਟੇਟਮੈਂਟਸ ਦੀ ਵਰਤੋਂ ਕਿਸੇ ਸਟੇਟਮੈਂਟ ਨੂੰ ਬਾਰ-ਬਾਰ ਦੁਹਰਾਉਣ ਲਈ ਕੀਤੀ ਜਾਂਦੀ ਹੈ। ਫੋਰ ਐਗਜ਼ਾਮਪਲ ਫੋਰ ਵਾਈਲ ਤੇ ਡੂ ਵਾਈਲ। ਤੇ ਨੰਬਰ 3 ਹੈ ਜੰਪਿੰਗ ਸਟੇਟਮੈਂਟਸ। ਜੰਪਿੰਗ ਸਟੇਟਮੈਂਟਸ ਦੀ ਵਰਤੋਂ ਪ੍ਰੋਗਰਾਮ ਦੇ ਇੱਕ ਹਿੱਸੇ ਤੋਂ ਦੂਸਰੇ ਹਿੱਸੇ ਤੇ ਜੰਪ ਕਰਨ ਲਈ ਕੀਤੀ ਜਾਂਦੀ ਹੈ ਤੇ ਇਹਦੇ 'ਚ ਜਿਹੜੇ ਸਟੇਟਮੈਂਟਸ ਹੁੰਦੀਆਂ ਨੇ ਬ੍ਰੇਕ, ਕੰਟੀਨਿਊ ਤੇ ਗੋ ਟੂ। ਅੱਜ ਅਸੀਂ ਇਸ ਸੈਸ਼ਨ ਵਿੱਚ ਡਿਸੀਜਨ ਮੇਕਿੰਗ ਸਟੇਟਮੈਂਟਸ ਵਿੱਚ ਇਫ ਸਟੇਟਮੈਂਟ ਤੇ ਇਫ ਸਟੇਟਮੈਂਟ ਕੁਝ ਕਿਸਮਾਂ ਹੁੰਦੀਆਂ ਨੇ ਜਿੱਦਾਂ ਸਿੰਪਲ ਇਫ ਸਟੇਟਮੈਂਟ, ਇਫ ਐਲਸ, ਨੈਸਟਡ ਇਫ ਤੇ ਐਲਸ ਇਫ ਲੈਡਰ ਇਹ ਪੜਾਂਗੇ ਤੇ ਇਹਦੇ ਨਾਲ ਸਵਿਚ ਸਟੇਟਮੈਂਟ ਵੀ ਪੜਾਂਗੇ। ਤੇ ਅਗਲੇ ਸੈਸ਼ਨ 'ਚ ਅਸੀਂ ਲੂਪਿੰਗ ਸਟੇਟਮੈਂਟ ਤੇ ਜੰਪਿੰਗ ਸਟੇਟਮੈਂਟਸ ਬਾਰੇ ਵੀ ਪੜਾਂਗੇ। ਆਓ ਦੇਖਦੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ ਡਿਸੀਜਨ ਮੇਕਿੰਗ ਸਟੇਟਮੈਂਟਸ ਦੀ। ਡਿਸੀਜਨ ਮੇਕਿੰਗ ਸਟੇਟਮੈਂਟਸ ਨੂੰ ਸਿਲੈਕਸ਼ਨ ਜਾਂ ਬ੍ਰਾਂਚਿੰਗ ਸਟੇਟਮੈਂਟਸ ਵੀ ਕਿਹਾ ਜਾਂਦਾ ਹੈ। ਇਹ ਹਦਾਇਤਾਂ ਦੇ ਇੱਕ ਸਮੂਹ ਨੂੰ ਲਾਗੂ ਕਰਦਾ ਹੈ ਜੋ ਕਿ ਇੱਕ ਫੈਸਲੇ ਦੇ ਨਤੀਜੇ ਤੇ ਨਿਰਭਰ ਹੁੰਦਾ ਹੈ।
इसका अर्थ यह है कि डिसीजन मेकिंग स्टेटमेंट्स विच प्रोग्राम एक कंडीशन ते निर्भर करता है। जेकर कंडीशन सही है तो प्रोग्राम का एक हिस्सा चलेगा, जेकर कंडीशन गलत है तो प्रोग्राम का दूसरा हिस्सा चलेगा। डिसीजन मेकिंग स्टेटमेंट्स 5 किस्म दियां हुंदियां हन। नंबर 1 सिंपल इफ स्टेटमेंट, नंबर 2 इफ एल्स स्टेटमेंट, नंबर 3 नेस्टेड इफ स्टेटमेंट, नंबर 4 इफ एल्स इफ लैडर स्टेटमेंट ते नंबर 5 स्विच स्टेटमेंट। इन्हां स्टेटमेंट्स नूं असीं विस्तार विच अगे पढ़ांगे। सब तो पहली डिसीजन मेकिंग स्टेटमेंट है सिंपल इफ स्टेटमेंट। इस स्टेटमेंट विच एक ही कंडीशन हुंदी है अते इस कंडीशन के आधार पर स्टेटमेंट्स लागू हुंदियां हन। इत्थे असीं इहदा सिंटैक्स देखते हैं। सिंटैक्स विच आपां लिया इफ कंडीशन। कंडीशन बारे तुहानूं दसना चाहांगा कि कंडीशन कोई भी रिलेशनल जां लॉजिकल एक्सप्रैशन हो सकता है जिस दे लई असीं लैस दैन, ग्रेटर दैन, लैस दैन इक्वल टू, ग्रेटर दैन इक्वल टू ते नॉट इक्वल टू ऑपरेटर्स की वरतों कर सकते हैं। जेकर कंडीशन सही है तो स्टेटमेंट ब्लॉक लागू होवेगा, जेकर कंडीशन गलत है तो स्टेटमेंट ब्लॉक लागू नहीं होवेगा। असी सिंपल इफ स्टेटमेंट नूं एक प्रोग्राम नाल समझते हाँ। असी प्रोग्राम बनाया, प्रोग्राम के अंदर जिद्दां तुहानूं पता है कि studio.h ते kony.h हैडर फाइल की वरतों शुरू च हुंदी है ते सी का प्रोग्राम हमेशा मेन फंक्शन तो शुरू होता है। इस प्रोग्राम के अंदर असी दो वेरीएबल ए और बी ले ने, दोनों इंटीजर टाइप के ने। सब तो पहला असी की करांगे, इन्हां दोनों वेरीएबल्स नूं स्कैनफ फंक्शन की मदद नाल रीड करांगे। जेकर ए वेरीएबल की कीमत बी वेरीएबल तो ज़्यादा है तो ए इज ग्रेटर जिहड़ी स्टेटमेंट हैगी है, हदायत है, यह लागू होवेगी ते इहदे नाल नाल एंड ऑफ प्रोग्राम हदायत भी लागू होवेगी। वो क्यों? क्योंकि जिहड़ा ए इज ग्रेटर स्टेटमेंट है वो तो इफ स्टेटमेंट के अंदर आ रही है, इसलिए चल रही है, तो जिहड़ा एंड ऑफ प्रोग्राम स्टेटमेंट है यह मेन फंक्शन का पार्ट है, इस करके यह हमेशा चलेगी। जेकर ए वेरीएबल की वैल्यू बी वेरीएबल तो छोटी है तो ए इज ग्रेटर स्टेटमेंट लागू नहीं होवेगी, सिर्फ एंड ऑफ प्रोग्राम स्टेटमेंट लागू होवेगी। उदाहरण वजों मान लो कि असी प्रोग्राम नूं रन करते हाँ, Alt F9 नाल कंपाइल करते हाँ ते कंट्रोल F9 नाल रन करते हाँ। जेकर मैं ए वेरीएबल की कीमत 10 लैंदा हाँ अते बी वेरीएबल की कीमत 5 लैंदा हाँ तो ए इज ग्रेटर अते एंड ऑफ प्रोग्राम जिहड़ा साडी आउटपुट आवेगी। जेकर असी ए वेरीएबल की कीमत 5 कर दिंदे हाँ अते बी वेरीएबल की कीमत 10 कर दिंदे हाँ तो सिर्फ एंड ऑफ प्रोग्राम स्टेटमेंट लागू होवेगी, ए इज ग्रेटर स्टेटमेंट लागू नहीं होवेगी, क्योंकि इस केस जी कंडीशन हैगी है वो गलत है। हुण असी गल करते हाँ सैकेंड डिसीजन मेकिंग स्टेटमेंट इफ एल्स स्टेटमेंट। इफ एल्स स्टेटमेंट की वरतों उदों की जाती है जदों दो स्टेटमेंट्स विचों कोई एक स्टेटमेंट चुननी हो। इसका असी सिंटैक्स देख रहे हाँ। सिंटैक्स विच कंडीशन दी गई है। कंडीशन बारे तुहानूं पहले दस्सिया होया है कि कंडीशन का मतलब रिलेशनल जां लॉजिकल एक्सप्रैशन, मतलब जिहड़ा सही जां गलत नतीजा दवे। जेकर कंडीशन सही है तो स्टेटमेंट ब्लॉक 1 लागू होवेगा अते स्टेटमेंट ब्लॉक 2 लागू नहीं होवेगा, अते जेकर कंडीशन गलत है तो स्टेटमेंट ब्लॉक 2 लागू होवेगा अते स्टेटमेंट ब्लॉक 1 लागू नहीं होवेगा। इफ एल्स स्टेटमेंट विच इफ तो बाद वाला अते एल्स तो पहले वाला हिस्सा सही कंडीशन लई यूज हुंदा है अते एल्स तो बाद वाला हिस्सा गलत कंडीशन लई वरतिया जांदा है। असी इस स्टेटमेंट नूं एक प्रोग्राम नाल समझदे हां। मैं एक प्रोग्राम बनाया है, प्रोग्राम टू प्रिंट ग्रेटर ऑफ 2 नंबर्स यूजिंग इफ एल्स। यह तुहानूं दसेगा कि दोनों विचों वड्डा नंबर केड़ा है।
ਜਿੱਦਾਂ ਤੁਹਾਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਅਸੀਂ ਹੈਡਰ ਫਾਈਲ ਡਿਕਲੇਅਰ ਕਰਦੇ ਹਾਂ studio.h ਐਂਡ conio.h। ਉਸ ਤੋਂ ਬਾਅਦ ਮੇਨ ਫੰਕਸ਼ਨ ਡਿਫਾਈਨ ਕਰਦੇ ਹਾਂ ਤੇ ਮੇਨ ਫੰਕਸ਼ਨ ਦੀ ਸਟਾਰਟਿੰਗ ਬ੍ਰੇਸ ਤੋਂ ਬਾਅਦ ਮੈਂ ਦੋ ਵੈਰੀਏਬਲ a ਅਤੇ b ਡਿਕਲੇਅਰ ਕੀਤੇ ਨੇ, ਦੋਨੋਂ ਵੈਰੀਏਬਲ ਇੰਟੀਜਰ ਟਾਈਪ ਦੇ ਨੇ। ਇਸ ਤੋਂ ਬਾਅਦ ਕਲੀਅਰ ਸਕਰੀਨ ਫੰਕਸ਼ਨ ਡਿਕਲੇਅਰ ਕੀਤਾ ਹੈ। ਸਕੈਨਫ ਫੰਕਸ਼ਨ ਦੀ ਮਦਦ ਨਾਲ ਹੁਣ ਮੈਂ a ਅਤੇ b ਵੈਰੀਏਬਲ ਦੀ ਕੀਮਤ ਨੂੰ ਰੀਡ ਕਰਾਂਗਾ। ਇਫ ਸਟੇਟਮੈਂਟ ਦੇ ਵਿੱਚ ਮੈਂ ਕੰਡੀਸ਼ਨ ਦਿੱਤੀ ਹੈ a greater than b। ਜੇਕਰ a ਵੇਰੀਏਬਲ ਦੀ ਕੀਮਤ b ਵੇਰੀਏਬਲ ਤੋਂ ਜ਼ਿਆਦਾ ਹੈ ਤਾਂ ਮੈਸੇਜ ਆਏਗਾ a is greater, ਅਤੇ ਜੇਕਰ b ਵੇਰੀਏਬਲ ਦੀ ਕੀਮਤ a ਵੇਰੀਏਬਲ ਤੋਂ ਜ਼ਿਆਦਾ ਹੈ ਤਾਂ ਮੈਸੇਜ ਆਏਗਾ b is greater। ਅਸੀਂ ਇਸ ਪ੍ਰੋਗਰਾਮ ਨੂੰ ਕੰਪਾਈਲ ਕਰਕੇ ਅਤੇ ਰਨ ਕਰਕੇ ਦੇਖਦੇ ਹਾਂ। Alt F9 ਦੀ ਮਦਦ ਨਾਲ ਪ੍ਰੋਗਰਾਮ ਨੂੰ ਕੰਪਾਈਲ ਕਰਦੇ ਹਾਂ ਅਤੇ Ctrl F9 ਕੀ ਦੀ ਮਦਦ ਨਾਲ ਪ੍ਰੋਗਰਾਮ ਨੂੰ ਰਨ ਕਰਦੇ ਹਾਂ, ਅਤੇ ਜੇਕਰ ਮੈਂ a ਵੇਰੀਏਬਲ ਦੀ ਕੀਮਤ 10 ਰੱਖਦਾ ਹਾਂ ਅਤੇ b ਵੇਰੀਏਬਲ ਦੀ ਕੀਮਤ 5 ਰੱਖਦਾ ਹਾਂ ਤਾਂ ਮੈਸੇਜ ਆਏਗਾ a is greater। ਇਸ ਪ੍ਰੋਗਰਾਮ ਨੂੰ ਅਸੀਂ ਦੁਬਾਰਾ ਰਨ ਕਰਕੇ ਦੇਖਦੇ ਹਾਂ। ਜੇਕਰ ਮੈਂ a ਵੇਰੀਏਬਲ ਦੀ ਕੀਮਤ 5 ਰੱਖਦਾ ਹਾਂ ਅਤੇ 10 ਵੈਲਿਊ ਕਰ ਦਿੰਦਾ ਹਾਂ b ਵੇਰੀਏਬਲ ਦੀ ਤਾਂ ਮੈਸੇਜ ਆਏਗਾ b is greater। ਥਰਡ डिसीजन मेकिंग स्टेटमेंट है नेस्टेड इफ स्टेटमेंट। ਜਦੋਂ ਇੱਕ if स्टेटमेंट ਦੇ ਅੰਦਰ ਇੱਕ ਹੋਰ if स्टेटमेंट ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਨੂੰ nested if ਜਾਂ nesting of if ਕਿਹਾ ਜਾਂਦਾ ਹੈ। ਇਹ ਇੱਕ ਮਲਟੀ ਵੇ डिसीजन मेकिंग स्टेटमेंट ਹੈ। ਮਲਟੀ ਵੇ ਦਾ ਅਰਥ ਹੈ ਦੋ ਤੋਂ ਵੱਧ ਕੰਡੀਸ਼ਨਸ। ਜਦੋਂ ਅਸੀਂ ਪ੍ਰੋਗਰਾਮ ਵਿੱਚ ਦੋ ਤੋਂ ਵੱਧ ਕੰਡੀਸ਼ਨਸ ਦੀ ਵਰਤੋਂ ਕਰਦੇ ਹਾਂ ਤਾਂ ਉਸ ਨੂੰ ਮਲਟੀ ਵੇ ਡਿਸੀਜਨ ਮੇਕਿੰਗ ਸਟੇਟਮੈਂਟ ਕਿਹਾ ਜਾਂਦਾ ਹੈ। ਅਸੀਂ ਇਸ ਸਟੇਟਮੈਂਟ ਦਾ ਸਿੰਟੈਕਸ ਦੇਖਦੇ ਹਾਂ। ਜੇਕਰ ਸਾਡੇ ਕੋਲ ਕੋਈ ਕੰਪਲੈਕਸ ਕੰਡੀਸ਼ਨ ਵਾਲਾ ਪ੍ਰੋਗਰਾਮ ਆ ਜਾਂਦਾ ਹੈ ਤਾਂ ਉਸ ਕੇਸ ਵਿੱਚ ਅਸੀਂ ਨੈਸਟਡ ਇਫ ਸਟੇਟਮੈਂਟ ਦੀ ਵਰਤੋਂ ਕਰਦੇ ਹਾਂ। ਇੱਥੇ ਅਸੀਂ ਸਿੰਟੈਕਸ ਦੇਖ ਰਹੇ ਹਾਂ if condition 1 if condition 2। ਇਸ ਕੇਸ ਵਿੱਚ ਕੰਪਾਈਲਰ ਸਭ ਤੋਂ ਪਹਿਲਾਂ ਕੰਡੀਸ਼ਨ 1 ਨੂੰ ਚੈੱਕ ਕਰੇਗਾ। ਜੇਕਰ ਕੰਡੀਸ਼ਨ 1 ਸਹੀ ਹੈ ਤਾਂ ਆ ਕੰਡੀਸ਼ਨ 2 ਨੂੰ ਵੀ ਚੈੱਕ ਕਰੇਗਾ। ਜੇਕਰ ਕੰਡੀਸ਼ਨ 1 ਅਤੇ ਕੰਡੀਸ਼ਨ 2 ਦੋਨੋਂ ਕੰਡੀਸ਼ਨ ਸਹੀ ਹਨ ਤਾਂ ਸਟੇਟਮੈਂਟ ਬਲੌਕ 1 ਲਾਗੂ ਹੋਵੇਗਾ, ਅਤੇ ਜੇਕਰ ਕੰਡੀਸ਼ਨ 1 ਸਹੀ ਹੈ ਪਰ ਕੰਡੀਸ਼ਨ 2 ਸਹੀ ਨਹੀਂ ਹੈ ਤਾਂ ਸਟੇਟਮੈਂਟ ਬਲੌਕ 2 ਲਾਗੂ ਹੋਵੇਗਾ। ਜੇਕਰ ਕੰਡੀਸ਼ਨ 1 ਅਤੇ ਕੰਡੀਸ਼ਨ 2 ਦੋਨੇ ਗਲਤ ਹੋ ਜਾਂਦੀਆਂ ਹਨ ਤਾਂ ਕੰਪਾਈਲਰ ਕੰਡੀਸ਼ਨ 3 ਤੇ ਆ ਜਾਏਗਾ। ਜੇਕਰ ਕੰਡੀਸ਼ਨ 3 ਸਹੀ ਹੈ ਤਾਂ ਸਟੇਟਮੈਂਟ ਬਲੌਕ 3 ਚਲੇਗਾ, ਅਤੇ ਜੇਕਰ ਕੰਡੀਸ਼ਨ 3 ਗਲਤ ਹੈ ਤਾਂ ਸਟੇਟਮੈਂਟ ਬਲੌਕ 4 ਲਾਗੂ ਹੋਵੇਗਾ। ਅਸੀਂ ਨੈਸਟਡ ਸਟੇਟਮੈਂਟ ਨੂੰ ਇੱਕ ਟੇਬਲ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਕਈ ਵਾਰ ਜ਼ਿਆਦਾ ਕਰਲੀ ਬ੍ਰੇਸਿਸ ਹੋਣ ਦੇ ਕਾਰਨ ਪ੍ਰੋਗਰਾਮ ਨੂੰ ਸਮਝਣਾ ਮੁਸ਼ਕਿਲ ਹੋ ਜਾਂਦਾ ਹੈ। ਸਪੋਜ਼ ਕਰੋ ਕਿ ਕੰਡੀਸ਼ਨ 1 ਟਰੂ ਹੈ ਤੇ ਕੰਡੀਸ਼ਨ 2 ਵੀ ਟਰੂ ਹੈ। ਇਸ ਕੇਸ ਵਿੱਚ ਸਿਰਫ ਸਟੇਟਮੈਂਟ ਬਲੌਕ 1 ਲਾਗੂ ਹੋਵੇਗਾ, ਅਤੇ ਜੇਕਰ ਕੰਡੀਸ਼ਨ 1 ਸਹੀ ਹੈ ਕੰਡੀਸ਼ਨ 2 ਗਲਤ ਹੈ ਤਾਂ ਸਿਰਫ ਸਟੇਟਮੈਂਟ ਬਲੌਕ 2 ਲਾਗੂ ਹੋਵੇਗਾ। ਅਤੇ ਪਹਿਲੀ ਕੰਡੀਸ਼ਨ, ਅਤੇ ਜੇਕਰ ਪਹਿਲੀ ਕੰਡੀਸ਼ਨ ਗਲਤ ਹੋ ਜਾਂਦੀ ਹੈ ਦੂਜੀ ਵੀ ਕੰਡੀਸ਼ਨ ਗਲਤ ਹੋ ਜਾਂਦੀ ਹੈ ਤਾਂ ਇਹ ਤੀਸਰੀ ਕੰਡੀਸ਼ਨ ਨੂੰ ਥਰਡ ਕੰਡੀਸ਼ਨ ਨੂੰ ਚੈੱਕ ਕਰੇਗਾ। ਜੇਕਰ ਥਰਡ ਕੰਡੀਸ਼ਨ ਟਰੂ ਹੈ ਤਾਂ ਸਟੇਟਮੈਂਟ ਬਲੌਕ 3 ਲਾਗੂ ਹੋਵੇਗਾ, ਅਤੇ ਜੇਕਰ ਕੰਡੀਸ਼ਨ 1 ਕੰਡੀਸ਼ਨ 2 ਅਤੇ ਕੰਡੀਸ਼ਨ 3 ਤਿੰਨੋਂ ਗਲਤ ਹੋ ਜਾਂਦੀਆਂ ਹਨ, ਫਾਲਸ ਹੋ ਜਾਂਦੀਆਂ ਹਨ ਤਾਂ ਸਟੇਟਮੈਂਟ ਬਲੌਕ 4 ਲਾਗੂ ਹੋਵੇਗਾ। ਹੁਣ ਅਸੀਂ ਨੈਸਟਡ ਇਫ ਸਟੇਟਮੈਂਟ ਨੂੰ ਇੱਕ ਪ੍ਰੋਗਰਾਮ ਦੀ ਮਦਦ ਨਾਲ ਸਮਝਦੇ ਹਾਂ। ਇੱਥੇ ਮੈਂ ਪ੍ਰੋਗਰਾਮ ਬਣਾਇਆ ਪ੍ਰੋਗਰਾਮ ਟੂ ਪ੍ਰਿੰਟ ਗ੍ਰੇਟਰ ਆਫ 3 ਨੰਬਰਸ ਯੂਜ਼ਿੰਗ ਨੈਸਟਡ ਇਫ। ਮਤਲਬ ਕਿ ਅਸੀਂ 3 ਨੰਬਰਾਂ ਵਿੱਚੋਂ ਦੇਖਾਂਗੇ ਕਿ ਵੱਡਾ ਨੰਬਰ ਕਿਹੜਾ ਹੈ। ਸਭ ਤੋਂ ਪਹਿਲਾਂ ਅਸੀਂ ਦੋ ਹੈਡਰ ਫਾਈਲਸ studio.h ਅਤੇ conio.h ਡਿਕਲੇਅਰ ਕੀਤੀਆਂ ਨੇ। ਉਸ ਤੋਂ ਬਾਅਦ void main ਫੰਕਸ਼ਨ ਡਿਫਾਈਨ ਕੀਤਾ ਹੈ, ਕਰਲੀ ਬ੍ਰੇਸ ਦਿੱਤੀਆਂ ਨੇ, ਤੇ ਮੈਂ 3 ਵੈਰੀਏਬਲ ਡਿਕਲੇਅਰ ਕੀਤੇ ਨੇ a b ਅਤੇ c। ਇਹ ਤਿੰਨੋਂ ਵੈਰੀਏਬਲ ਇੰਟੀਜਰ ਟਾਈਪ ਦੇ ਨੇ। ਉਸ ਤੋਂ ਬਾਅਦ ਮੈਂ ਕਲੀਅਰ ਸਕਰੀਨ ਫੰਕਸ਼ਨ ਡਿਕਲੇਅਰ ਕੀਤਾ ਹੈ। ਉਸ ਤੋਂ ਬਾਅਦ
ਜਿਹੜੇ ਮੈਂ 3 वेरिएबल डिक्लेयर ਕੀਤੇ ਨੇ ਉਹਨਾਂ ਨੂੰ scanf फंक्शन ਦੀ ਮਦਦ ਨਾਲ रीड करवाया है। सब तो पहला कंपाइलर कंडीशन चेक करेगा इफ a ग्रेटर देन b, जेकर कंडीशन सही है तो कंपाइलर चेक करेगा इफ a ग्रेटर देन c, जेकर दोनों कंडीशन सही हैं तो मैसेज आएगा a इज ग्रेटर। अते जेकर कंडीशन 1 इफ a ग्रेटर देन b सही है पर a ग्रेटर देन c फॉल्स है तो मैसेज आएगा C इज ग्रेटर। जेकर पहली कंडीशन इफ A ग्रेटर देन B गलत हो जाती है तो कंपाइलर आ जाएगा इफ B ग्रेटर देन C कंडीशन थे। जेकर B वेरिएबल की कीमत C वेरिएबल तो ज्यादा है तो मैसेज आएगा B इज ग्रेटर। अते जेकर B वेरिएबल की कीमत C वेरिएबल तो छोटी है तो मैसेज आएगा C इज ग्रेटर। असी इस प्रोग्राम ਨੂੰ ਕੰਪਾਈਲ ਅਤੇ ਰਨ ਕਰਕੇ ਦੇਖਦੇ ਹਾਂ। ਜੇਕਰ a वेरिएबल ਦੀ ਕੀਮਤ 10 ਹੈ, b वेरिएबल ਦੀ ਕੀਮਤ 5 ਹੈ ਅਤੇ c वेरिएबल ਦੀ ਕੀਮਤ 8 ਹੈ ਤਾਂ ਮੈਸੇਜ ਆਏਗਾ a ਇਜ਼ ਗ੍ਰੇਟਰ। ਇਸ ਪ੍ਰੋਗਰਾਮ ਨੂੰ ਅਸੀਂ ਦੁਬਾਰਾ ਕੁਝ ਹੋਰ ਵੈਲਿਊਜ਼ ਨਾਲ ਕੰਪਾਈਲ ਕਰਕੇ ਦੇਖਦੇ ਹਾਂ, ਰਨ ਕਰਕੇ ਦੇਖਦੇ ਹਾਂ। ਜੇਕਰ a वेरिएबल ਦੀ ਕੀਮਤ ਹੁਣ ਮੈਂ 4 ਲੈਂਦਾ ਹਾਂ, b वेरिएबल की कीमत 15 लेंदा हाँ और c वेरिएबल की कीमत 3 लेंदा हाँ तो मैसेज आएगा b इज ग्रेटर। इस प्रोग्राम को दोबारा असी एक बार रन करके देखते हैं, कंपाइल करके देखते हैं। हुण मैं a वेरिएबल की कीमत 6 लई है, b वेरिएबल की कीमत 10 लई है और c वेरिएबल की कीमत 25 लई है। इस केस विच साडे कोल आउटपुट आएगी c इज ग्रेटर। हुण असी चौथी डिसीजन मेकिंग स्टेटमेंट इफ एल्स इफ लैटर स्टेटमेंट की गल करांगे। यह स्टेटमेंट भी एक मल्टी वे डिसीजन मेकिंग स्टेटमेंट है। इस विच 2 तो वध कंडीशंस की वरतों हुंदी है। इस स्टेटमेंट की वरतों उदों की जाती है जदों अनेका स्टेटमेंट्स विचों कोई एक स्टेटमेंट चुनी होवे। इसका अर्थ यह है कि जेकर साडे कोल काफ़ी ज़्यादा कंडीशंस होण जां साडे कोल कोई कंपलैक्स या औखी समस्या आ जाए तो उस केस विच असी इफ एल्स इफ लैटर स्टेटमेंट की वरतों करते हाँ। इसनूं असी एक सिंटैक्स नाल समझते हाँ। इस स्टेटमेंट विच कंपाइलर सब तो पहला कंडीशन 1 नूं चेक करेगा। जेकर कंडीशन 1 सही है तो स्टेटमेंट ब्लॉक 1 लागू होवेगा अते जेकर कंडीशन 1 गलत हो जाती है तो कंपाइलर कंडीशन 2 नूं चेक करेगा। जेकर कंडीशन 2 सही है तो स्टेटमेंट ब्लॉक 2 लागू होवेगा अते जेकर कंडीशन 2 भी गलत हो जाती है तो कंपाइलर कंडीशन 3 नूं चेक करेगा। जेकर कंडीशन 3 सही है तो स्टेटमेंट ब्लॉक 3 लागू होवेगा। जेकर सारियां कंडीशंस गलत हो जांदियां हन तो कंट्रोल एल्स ब्लॉक ते आ जाएगा अते स्टेटमेंट ब्लॉक एन लागू होवेगा। हुण असी इफ एल्स इफ लैटर स्टेटमेंट नूं एक प्रोग्राम नाल समझते हाँ। इत्थे मैं प्रोग्राम बनाया है, प्रोग्राम टू प्रिंट ग्रेड्स यूजिंग इफ एल्स इफ लैटर स्टेटमेंट। तुहानूं सब नूं पता है कि सब तो पहला असी 2 हैडर फाइल्स stdio.h अते conio.h डिक्लेयर करते हाँ। उस तो बाद void मेन फंक्शन डिफाइन करते हाँ, करली ब्रेस डिफाइन करते हाँ। इस प्रोग्राम एक मैं मार्क्स वेरिएबल लिया है जिहड़ा कि इंटीजर टाइप का है। उस तो बाद मैं क्लियर स्क्रीन फंक्शन डिक्लेयर किया है तो इत्थे आके मैं जिहड़ा मार्क्स वेरिएबल है उसनूं रीड करांगा। तुहानूं फिर दसदा वां कि असी इफ एल्स इफ लैटर स्टेटमेंट पढ़ते पे हाँ। इहदे विच साडे कोल मल्टीपल कंडीशंस होणगियां। सब तो पहला मैं कंडीशन लगाई है इफ मार्क्स ग्रेटर दैन इक्वल टू 75। इसका अर्थ है कि जेकर असी नंबर 75 या 75 तो ज्यादा एंटर करते हाँ तो मैसेज आएगा ग्रेड इज ए। अते जेकर मैं कंडीशन लगाना इफ मार्क्स ग्रेटर इक्वल टू 60, जेकर विद्यार्थी का मार्क्स असी एंटर करते हैं 60 या 60 तो ज्यादा
ਤਾਂ ਮੈਸੇਜ ਆਏਗਾ ਗ੍ਰੇਡ ਇਜ਼ B। ਜੇਕਰ ਮੈਂ ਮਾਰਕਸ ਐਂਟਰ ਕਰਦਾ ਹਾਂ 45 ਜਾਂ 45 ਤੋਂ ਜ਼ਿਆਦਾ ਤਾਂ ਮੈਸੇਜ ਆਏਗਾ ਗ੍ਰੇਡ ਇਜ਼ C। ਅਤੇ ਜੇਕਰ ਮੈਂ ਮਾਰਕਸ ਐਂਟਰ ਕਰਦਾ 33 ਜਾਂ 33 ਤੋਂ ਜ਼ਿਆਦਾ ਤਾਂ ਆਏਗਾ ਗ੍ਰੇਡ ਇਜ਼ D। ਅਤੇ ਜੇਕਰ ਮਾਰਕਸ ਮੈਂ 33 ਤੋਂ ਘੱਟ ਐਂਟਰ ਕਰਦਾ ਤਾਂ ਮੈਸੇਜ ਆਏਗਾ ਗ੍ਰੇਡ ਇਜ਼ A। ਇੱਕ ਐਸੀ ਪ੍ਰੋਗਰਾਮ ਬਣਾਇਆ ਜਿਹਦੇ ਨਾਲ ਸਟੂਡੈਂਟ ਜਿਹੜਾ ਹੈ ਉਹ ਗ੍ਰੇਡਸ ਆਸਾਨੀ ਨਾਲ ਫਾਈਂਡ ਆਊਟ ਕਰ ਸਕਦਾ ਹੈ। ਹੁਣ ਅਸੀਂ ਇਸ ਪ੍ਰੋਗਰਾਮ ਨੂੰ ਕੰਪਾਈਲ ਅਤੇ ਰਨ ਕਰਕੇ ਦੇਖਦੇ ਹਾਂ। ਜੇਕਰ ਮੈਂ ਮਾਰਕਸ ਦੀ ਕੀਮਤ ਜਾਂ ਵੈਲਿਊ 80 ਭਰਦਾ ਹਾਂ ਤਾਂ ਮੈਸੇਜ ਆਏਗਾ ਗ੍ਰੇਡ ਇਜ਼ A, ਕਿਉਂਕਿ ਜਿਹੜੀ ਸਾਡੀ ਸਭ ਤੋਂ ਪਹਿਲਾਂ ਕੰਡੀਸ਼ਨ ਹੈ ਉਹ ਅਸੀਂ ਲਗਾਈ ਦੀ ਹੈ ਇਫ ਮਾਰਕਸ ਗ੍ਰੇਟਰ ਦੈਨ ਇਕੁਅਲ ਟੂ 75। ਇਸ ਪ੍ਰੋਗਰਾਮ ਨੂੰ ਅਸੀਂ ਦੁਬਾਰਾ ਰਨ ਕਰਕੇ ਦੇਖਦੇ ਹਾਂ। ਜੇਕਰ ਮੈਂ ਮਾਰਕਸ ਦੀ ਵੈਲਿਊ ਜਾਂ ਕੀਮਤ 13 ਭਰਦਾ ਹਾਂ ਤਾਂ ਆਏਗਾ ਮੈਸੇਜ ਗ੍ਰੇਡ ਇਜ਼ E, ਕਿਉਂਕਿ ਜਿਹੜੀ ਮੈਂ ਲਾਸਟ ਕੰਡੀਸ਼ਨ ਲਗਾਈ ਹੈ ਉਹ ਹੈਗੀ ਹੈ 33 ਤੋਂ ਘੱਟ ਮਾਰਕਸ ਵਾਲੀ। ਜਿਹੜੀ 33 ਤੋਂ ਘੱਟ ਮਾਰਕਸ ਵਾਲੀ ਕੰਡੀਸ਼ਨ ਹੈਗੀ ਹੈ ਉਹ ਹੈਗੀ ਹੈ ਗ੍ਰੇਡ ਇਜ਼ E। ਐਸੀ ਸਾਡੀ ਇਫ ਐਲਸ ਲੈਡਰ ਸਟੇਟਮੈਂਟ। ਫਿਫਥ ਅਤੇ ਲਾਸਟ ਡਿਸੀਜਨ ਮੇਕਿੰਗ ਸਟੇਟਮੈਂਟ ਹੈ ਸਵਿਚ ਸਟੇਟਮੈਂਟ। ਸਵਿਚ ਸਟੇਟਮੈਂਟ ਵੀ ਇੱਕ ਮਲਟੀ ਵੇ ਡਿਸੀਜਨ ਮੇਕਿੰਗ ਸਟੇਟਮੈਂਟ ਹੈ। ਜਿਸ ਤਰ੍ਹਾਂ ਨੈਸਟਡ ਇਫ ਅਤੇ ਇਫ ਐਲਸ ਇਫ ਲੈਡਰ ਸਟੇਟਮੈਂਟਸ ਮਲਟੀ ਵੇ ਡਿਸੀਜਨ ਮੇਕਿੰਗ ਸਟੇਟਮੈਂਟਸ ਹਨ, ਉਸੇ ਤਰ੍ਹਾਂ ਸਵਿਚ ਸਟੇਟਮੈਂਟ ਵੀ ਇੱਕ ਮਲਟੀ ਵੇ ਡਿਸੀਜਨ ਮੇਕਿੰਗ ਸਟੇਟਮੈਂਟ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜੇਕਰ ਅਸੀਂ ਨੈਸਟਡ ਇਫ ਪੜ੍ਹੀ ਹੈ, ਇਫ ਐਲਸ ਇਫ ਲੈਡਰ ਪੜ੍ਹੀ ਹੈ ਤਾਂ ਸਵਿਚ ਸਟੇਟਮੈਂਟ ਦੀ ਜ਼ਰੂਰਤ ਕਿਉਂ ਪਈ। ਤੁਹਾਨੂੰ ਦੱਸਣਾ ਚਾਹਾਂਗਾ ਕਿ ਤੁਸੀਂ ਧਿਆਨ ਦਿੱਤਾ ਹੋਣਾ ਕਿ ਜਦੋਂ ਅਸੀਂ ਨੈਸਟਡ ਇਫ ਸਟੇਟਮੈਂਟ ਅਤੇ ਇਫ ਐਲਸ ਇਫ ਲੈਡਰ ਸਟੇਟਮੈਂਟ ਪੜ੍ਹੀ ਹੈ ਤਾਂ ਉਸ ਵਿੱਚ ਕਾਫੀ ਜ਼ਿਆਦਾ ਕਰਲੀ ਬ੍ਰੇਸਿਸ ਦੀ ਵਰਤੋਂ ਹੋਈ ਹੈ। ਜਦੋਂ ਅਸੀਂ ਕੋਈ ਵੀ ਕੰਡੀਸ਼ਨ ਡਿਕਲੇਅਰ ਕਰਦੇ ਹਾਂ ਉਹਦੇ ਅੰਦਰ ਜਦੋਂ ਕੋਈ ਬਲੋਕ ਲੈ ਕੇ ਚੱਲਦੇ ਹਾਂ ਤਾਂ ਉਹਦੇ ਵਿੱਚ ਹਰ ਬਲੋਕ ਲਈ ਤੇ ਹਰ ਕੰਡੀਸ਼ਨ ਤੋਂ ਬਾਅਦ ਕਰਲੀ ਬ੍ਰੇਸਿਸ ਦੀ ਵਰਤੋਂ ਹੁੰਦੀ ਹੈ। ਪਰ ਸਵਿਚ ਸਟੇਟਮੈਂਟ ਦੇ ਵਿੱਚ ਅਜਿਹੀ ਕੋਈ ਸਮੱਸਿਆ ਨਹੀਂ ਹੈ। ਸਵਿਚ ਸਟੇਟਮੈਂਟ ਦੇ ਅੰਦਰ ਜਦੋਂ ਅਸੀਂ ਸਵਿਚ ਸਟੇਟਮੈਂਟ ਨੂੰ ਡਿਫਾਈਨ ਕਰਾਂਗੇ ਤੇ ਇੱਕ ਕਰਲੀ ਬ੍ਰੇਸ ਉਸ ਟਾਈਮ ਆਏਗੀ ਤੇ ਦੂਸਰੀ ਕਰਲੀ ਬ੍ਰੇਸ ਉਸ ਨੂੰ ਖਤਮ ਕਰਨ ਦੇ ਕੰਮ ਆਏਗੀ, ਜਿਹਦੇ ਨਾਲ ਪ੍ਰੋਗਰਾਮ ਨੂੰ ਸਮਝਣਾ ਆਸਾਨ ਹੋ ਜਾਵੇਗਾ। ਇਸ ਸਟੇਟਮੈਂਟ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਅਨੇਕਾਂ ਸਟੇਟਮੈਂਟਸ ਵਿੱਚੋਂ ਕੋਈ ਇੱਕ ਸਟੇਟਮੈਂਟ ਚੁਣਨੀ ਹੋਵੇ। ਇਸ ਸਟੇਟਮੈਂਟ ਵਿੱਚ ਇੱਕ ਵੇਰੀਏਬਲ ਦੀ ਵਰਤੋਂ ਹੁੰਦੀ ਹੈ ਜਿਸ ਨੂੰ ਕੰਟਰੋਲ ਵੇਰੀਏਬਲ ਕਿਹਾ ਜਾਂਦਾ ਹੈ। ਜਦੋਂ ਅਸੀਂ ਸਵਿਚ ਸਟੇਟਮੈਂਟ ਦੀ ਵਰਤੋਂ ਕਰਾਂਗੇ ਤਾਂ ਉਹਦੇ ਵਿੱਚ ਕੰਟਰੋਲ ਵੇਰੀਏਬਲ ਦੀ ਵਰਤੋਂ ਕੀਤੀ ਜਾਵੇਗੀ। ਜਿਸ ਤਰ੍ਹਾਂ ਅਸੀਂ ਨੈਸਟਡ ਇਫ ਜਾਂ ਇਫ ਐਲਸ ਇਫ ਲੈਡਰ ਸਟੇਟਮੈਂਟ ਪੜ੍ਹੀ ਹੈ, ਉਹਦੇ ਵਿੱਚ ਕਿਸੇ ਵੀ ਕੰਡੀਸ਼ਨ ਨੂੰ ਬਣਾਉਣ ਲਈ ਅਸੀਂ ਲੌਜੀਕਲ ਜਾਂ ਰਿਲੇਸ਼ਨਲ ਆਪਰੇਟਰਸ ਦੀ ਵਰਤੋਂ ਕਰਦੇ ਹਾਂ, ਪਰ ਇਹਦੇ ਅੰਦਰ ਕੰਟਰੋਲ ਵੇਰੀਏਬਲ ਦੀ ਵਰਤੋਂ ਹੋਵੇਗੀ। ਇਸ ਵਿੱਚ ਵੱਖ-ਵੱਖ ਆਪਸ਼ਨ ਦੇਣ ਲਈ ਕੇਸ ਲੇਬਲਸ ਦੀ ਵਰਤੋਂ ਹੁੰਦੀ ਹੈ। ਹਰ ਇੱਕ ਕੇਸ ਦੂਜੇ ਕੇਸ ਨਾਲੋਂ ਵੱਖ ਹੁੰਦਾ ਹੈ। ਹਰ ਕੇਸ ਤੋਂ ਬਾਅਦ ਬ੍ਰੇਕ ਸਟੇਟਮੈਂਟ ਦੀ ਵਰਤੋਂ ਹੁੰਦੀ ਹੈ ਸਿਵਾਏ ਅੰਤਮ ਕੇਸ ਦੇ। ਬ੍ਰੇਕ ਸਟੇਟਮੈਂਟ ਇਸ ਕਰਕੇ ਵਰਤਾਂਗੇ ਕਿ ਕੇਸ ਵਿੱਚੋਂ ਬਾਹਰ ਆਉਂਦੇ, ਕਿਉਂਕਿ ਇੱਕ ਸਮੇਂ ਤੇ ਇੱਕ ਹੀ ਕੇਸ ਲਾਗੂ ਹੋਣਾ ਚਾਹੀਦਾ ਹੈ। ਅਸੀਂ ਸਵਿਚ ਸਟੇਟਮੈਂਟ ਨੂੰ ਇਸ ਦੇ ਸਿੰਟੈਕਸ ਨਾਲ ਸਮਝਦੇ ਹਾਂ। ਇਸ ਸਿੰਟੈਕਸ ਵਿੱਚ ਦੇਖ ਰਹੇ ਹਾਂ ਸਵਿਚ ਵੇਰੀਏਬਲ। ਇਹ ਜਿਹੜਾ ਵੇਰੀਏਬਲ ਅਸੀਂ ਸਵਿਚ ਸਟੇਟਮੈਂਟ ਦੀ ਬ੍ਰੈਕਟ 'ਚ ਡਿਕਲੇਅਰ ਕੀਤਾ ਇਹਨੂੰ ਬੋਲਦੇ ਨੇ ਕੰਟਰੋਲ ਵੇਰੀਏਬਲ। ਜੇਕਰ ਵੇਰੀਏਬਲ ਦੀ ਕੀਮਤ ਪਹਿਲੇ ਕੇਸ ਨਾਲ ਮੇਲ ਕਰਦੀ ਹੈ ਤਾਂ ਬਲੋਕ 1 ਲਾਗੂ ਹੋਵੇਗਾ। ਮਤਲਬ ਕਿ ਜੇਕਰ ਵੇਰੀਏਬਲ ਦੀ ਕੀਮਤ 1 ਹੈ ਤਾਂ ਜਿਹੜਾ ਕੇਸ 1 ਹੈ ਉਹ ਲਾਗੂ ਹੋਵੇਗਾ ਤੇ ਇਹਦੇ ਅੰਦਰ ਜਿਹੜਾ ਬਲੋਕ 1 ਹੈ ਉਹ ਚੱਲ ਪਵੇਗਾ। ਉਸ ਤੋਂ ਬਾਅਦ ਬ੍ਰੇਕ ਸਟੇਟਮੈਂਟ ਲਗਾਈ ਹੈ। ਬ੍ਰੇਕ ਇਸ ਕਰਕੇ ਲਗਾਈ ਹੈ ਕਿ ਜੇਕਰ ਪਹਿਲਾ ਕੇਸ ਲਾਗੂ ਹੁੰਦਾ ਹੈ ਤੇ ਨਾਲ ਹੀ ਇਹ ਸਵਿਚ ਸਟੇਟਮੈਂਟ 'ਚੋਂ ਬਾਹਰ ਆ ਜਾਵੇਗਾ ਤਾਂ ਜੋ ਨੈਕਸਟ ਕੇਸ ਨਾ ਚੱਲ ਸਕੇ। ਜੇਕਰ ਵੇਰੀਏਬਲ ਦੀ ਕੀਮਤ ਦੂਜੇ ਕੇਸ ਨਾਲ ਮੇਲ ਕਰਦੀ ਹੈ ਤਾਂ ਬਲੋਕ 2 ਲਾਗੂ ਹੋਵੇਗਾ। ਇਸ ਤਰ੍ਹਾਂ ਇਹ ਸਾਰੇ ਕੇਸਿਸ ਨੂੰ ਚੈੱਕ ਕਰੇਗਾ ਤੇ ਵੇਰੀਏਬਲ ਦੀ ਕੀਮਤ ਹਰ ਕੇਸ ਨਾਲ ਮੇਲ ਕਰੇਗਾ। ਜੇਕਰ ਵੇਰੀਏਬਲ ਦੀ ਕੀਮਤ ਕਿਸੇ ਵੀ ਕੇਸ ਨਾਲ ਮੇਲ ਨਹੀਂ ਕਰਦੀ ਤਾਂ डिफॉल्ट केस चलेगा। जो डिफॉल्ट केस है यह लास्ट केस है। ਇਹਦਾ मतलब है कि जेकर सारियां ही कंडीशंस सारे ही केस वैल्यू फेल हो जाते हैं, किसी नाल ही मैच नहीं करते, तो उस केस च डिफॉल्ट केस लागू होगा तो सिर्फ स्टेटमेंट ब्लॉक N लागू होगा। असीं हुण स्विच स्टेटमेंट नूं एक प्रोग्राम नाल समझते हाँ। इत्थे मैं प्रोग्राम बनाया प्रोग्राम टू प्रिंट डेज ऑफ ए वीक यूजिंग स्विच स्टेटमेंट।
इस प्रोग्राम में देखांगे कि हफ्ते 7 दिन होंगे ने, जेकर 1 प्रेस करांगे तो संडे आएगा, 2 प्रेस करांगे मंडे आएगा, इस तरह अप टू 7 तक सैटरडे आएगा। यदि असीं हुण वर्किंग देखते हाँ प्रोग्राम दे विच तुसीं सब जानते हो कि सब तो पहला हैडर फाइल स्टूडियो कोनियो डिक्लेयर करनी जरूरी होंदी है। उस तो बाद मैं वॉइड मेन फंक्शन डिफाइन किया है, क्योंकि बिना मेन फंक्शन तो सी भाषा का प्रोग्राम नहीं बन सकता। उस तो बाद असीं करली ब्रेस लईए तो उस तो बाद मैं की किया है कि एक डे नाम का वेरीएबल डिक्लेयर किया है जिहड़ा कि इंटीजर किस्म का है। उस तो बाद क्लियर स्क्रीन फंक्शन डिक्लेयर किया है। हुण मैं स्कैनफ फंक्शन की मदद नाल एक डे वेरीएबल है जिसनों रीड किया है। तो इत्थे मैं लिखा है कि एंटर डे फ्रॉम 1 to 7, क्योंकि तुसीं सब जानते हो हफ्ते में 7 दिन होंगे तो एक नूं मैं संडे मन्निया ते 7 नूं सैटरडे मन्निया। जे असीं 1 तो लैके 7 दे विच वैल्यू देवांगे तो जिहड़े केस है वो काम करनगे। जे वैल्यू 1 तो छोटी होएगी जां 7 तो वड्डी होएगी तां जिहड़ा डिफॉल्ट केस है वो लागू होवेगा। स्विच ते ब्रैकेट दे विच मैं लिया डे। स्विच एक कीवर्ड है जो स्विच स्टेटमेंट लई वरतिया जांदा है ते डे मेरा कंट्रोल वेरीएबल है जिहदे आधार ते जिहड़े केस है वो लागू होणगे। मान लो जेकर मैं 1 प्रेस करदा तां मैसेज आएगा इट इज संडे, तो इस तो बाद ब्रेक लगाया। ब्रेक असीं इस करके लगाया है कि जेकर साडा पहला केस चलदा तां उहदे विचों बाहर आउण लई सानूं ब्रेक कीवर्ड लगाना जरूरी है। जेकर ब्रेक नहीं लगावांगे तो केस 1 ते चलेगा ही, उहदे नाल नाल जिहड़े आ अगले केस भी चल पैणगे ते सानूं फिर मल्टी वे डिसीजन मेकिंग स्टेटमेंट का फायदा कोई नहीं है। इस करके ब्रेक स्टेटमेंट जिहड़ी है हर केस तो बाद मस्ट है सिवाय डिफॉल्ट केस के। जेकर मैं 2 प्रेस करदा तो आएगा इट इज मंडे, जो 3 करना इट इज ट्यूसडे अप टू 7 तक इट इज सैटरडे। जेकर असी वेरीएबल की कीमत 8 भर देने तो फिर की आएगा रोंग चॉइस। हुण असी इस प्रोग्राम नूं रन करके देखते हैं। सब तो पहले मैं की करदा एंटर डे फ्रॉम 1 to 7, मैं कीमत भरदा डे वेरीएबल की 3 तो मैसेज आएगा इट इज ट्यूसडे, क्योंकि केस 3 के अंदर असी जिहड़ा मैसेज लगाया है वो की है इट इज ट्यूसडे। मैं दोबारा इस प्रोग्राम नूं रन करदा तो हुण मैं की करदा एंटर डे फ्रॉम 1 to 7। हुण मैं की करदा कि डे वेरीएबल की कीमत भर देना 9, हुण आएगा रोंग चॉइस। क्यों? क्योंकि स्विच स्टेटमेंट के अंदर जिहड़ी मैं वैल्यूज लई है वो लई है 1 to 7, केस 1 तो लैके 7 तक। जेकर वैल्यू 7 तो वध जाती है जिद्दां आपां 9 लई है तो मैसेज आएगा रोंग चॉइस, क्योंकि इत्थे डिफॉल्ट केस लागू होया है। जेकर तुहाडी कोई क्वेरी क्वेश्चन जां सुजैशन है तो कमेंट सैक्शन में जरूर दसना। अते जेकर तुसीं अजे तक मेरे इस यूट्यूब चैनल नूं लाइक अते सबसक्राइब नहीं किया है तो कृपा करके इसनूं लाइक अते सबसक्राइब जरूर करो अते बैल आइकन नूं प्रेस करना ना भुल्लो तां जो तुहानूं मेरियां नवीं वीडियोज़ दी नोटिफिकेशन मिलती रहे। धन्यवाद।